प्यारे विद्यार्थियों, भाई वीर सिंह जी नूं आधुनिक पंजाबी कविता दा मोढी मन्निया जांदा है। साडे पंजाबी ਸਾਹਿਤ ਨੂੰ विद्वानां ने आदि काल, मध्य काल ਅਤੇ आधुनिक काल ਵਿੱਚ ਵੰਡਿਆ ਹੈ ਤੇ ਭਾਈ ਵੀਰ ਸਿੰਘ ਜੀ ਪਹਿਲੇ ਕਵੀ ਹਨ ਜਿਨ੍ਹਾਂ ਨੂੰ ਆਧੁਨਿਕ ਕਾਲ ਦਾ ਜਿਹੜਾ ਹੈ ਪਹਿਲਾ ਕਵੀ ਮੰਨਿਆ ਜਾਂਦਾ ਹੈ। ਤੇ ਭਾਈ ਵੀਰ ਸਿੰਘ ਜੀ ਦੇ ਕਾਲ ਤੋਂ ਹੀ ਛੋਟੀਆਂ ਕਵਿਤਾਵਾਂ ਲਿਖਣ ਦਾ ਰਿਵਾਜ ਪਿਆ। ਭਾਈ ਵੀਰ ਸਿੰਘ ਜੀ ਨੂੰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਵੀ ਮੰਨਿਆ ਜਾਂਦਾ ਹੈ। ਭਾਈ ਵੀਰ ਸਿੰਘ ਜੀ ਨੇ ਛੋਟੀਆਂ ਕਵਿਤਾਵਾਂ ਨਾਲ ਤੋਲ ਤੁਕਾਂਤ ਅਤੇ ਛੰਦਾਬੰਦੀ ਦੇ ਨਿਯਮਾਂ ਨੂੰ ਅਪਣਾ ਕੇ ਆਪਣੀ ਕਵਿਤਾ ਵਿੱਚ ਅਤੇ ਪੰਜਾਬੀ ਕਵਿਤਾ ਦੇ ਵਿੱਚ ਨਵਾਂ ਨਿਖਾਰ ਲਿਆਂਦਾ ਤੇ ਇਸ ਦੇ ਵਿੱਚ ਪ੍ਰਗਟਾ ਦੀ ਨਵੀਨਤਾ ਵੀ ਪਾਈ ਜਾਂਦੀ ਹੈ ਤੇ ਭਾਈ ਵੀਰ ਸਿੰਘ ਜੀ ਨੂੰ ਪ੍ਰਕਿਰਤੀ ਦਾ ਵੱਡਾ ਕਵੀ ਮੰਨਿਆ ਜਾਂਦਾ ਹੈ। ਇਸ ਵਿੱਚ ਭਾਈ ਵੀਰ ਸਿੰਘ ਜੀ ਦੀਆਂ ਕਵਿਤਾਵਾਂ ਦੇ ਵਿੱਚ ਪ੍ਰਕਿਰਤੀ ਚਿਤਰਨ, ਦੇਸ਼ ਪਿਆਰ ਦਾ ਜਜ਼ਬਾ, ਵਲਵਲੇ ਅਤੇ ਸੰਗੀਤ ਦਾ ਪ੍ਰਗਟਾਵਾ ਆਦਿ ਵਿਸ਼ੇਸ਼ ਗੁਣ ਵੀ ਉਹਨਾਂ ਦੀ ਕਵਿਤਾ ਦੇ ਵਿੱਚ ਪਾਏ ਜਾਂਦੇ ਹਨ। ਤੇ +2 ਜਨਰਲ ਪੰਜਾਬੀ ਦੇ ਸਿਲੇਬਸ ਦੇ ਵਿੱਚ ਉਹਨਾਂ ਦੀਆਂ ਛੋਟੀਆਂ ਕਵਿਤਾਵਾਂ ਦੇ ਵਿੱਚੋਂ ਕਾਵਿ ਸੰਗ੍ਰਹਿਾਂ ਦੇ ਵਿੱਚੋਂ ਇੱਕ ਛੋਟੀ ਜੀ ਕਵਿਤਾ ਟੁਕੜੀ ਜਗ ਤੋਂ ਨਿਆਰੀ ਸ਼ਾਮਲ ਕੀਤੀ ਗਈ ਹੈ। ਤੇ ਇਸ ਕਵਿਤਾ ਵਿੱਚ ਕਵੀ ਨੇ ਜਗਤ ਪ੍ਰਸਿੱਧ ਨਵੇਕਲੀ ਸੁੰਦਰਤਾ ਦਾ ਵਰਣਨ ਕੀਤਾ ਹੈ ਤੇ ਇਹ ਕਵਿਤਾ ਇਸ ਦੇ ਵਿੱਚ ਜਿਹੜਾ ਹੈ ਕਸ਼ਮੀਰ ਦੀ ਸੁੰਦਰਤਾ ਨੂੰ ਨਵੇਕਲੇ ਢੰਗ ਦੇ ਨਾਲ ਪ੍ਰਗਟਾਇਆ ਗਿਆ ਹੈ। ਹੁਣ ਆਪਾਂ ਚਰਚਾ ਕਰਦੇ ਹਾਂ ਇਸ ਕਵਿਤਾ ਦੇ ਬਾਰੇ। ਕਹਿੰਦੇ ਅਰਸ਼ਾਂ ਦੇ ਵਿੱਚ ਕੁਦਰਤ ਨੂੰ ਕਵੀ ਨੇ ਦੇਵੀ ਮੰਨਿਆ ਹੈ ਕਿ ਅਸਮਾਨ ਦੇ ਵਿੱਚੋਂ ਸਾਨੂੰ ਕੁਦਰਤ ਦੀ ਦੇਵੀ ਨਜ਼ਰ ਆਈ ਹੈ ਤੇ ਇਸ ਦਾ ਹੁਸਨ, ਸੁੰਦਰਤਾ ਬਹੁਤ ਨਵੇਕਲੇ ਢੰਗ ਦੇ ਨਾਲ ਨਿਖਰ ਕੇ ਸਾਹਮਣੇ ਆਈ ਹੈ ਤੇ ਇਸ ਸੁੰਦਰਤਾ ਨੂੰ ਵੇਖ ਕੇ ਆਸੇ-ਪਾਸੇ ਖੁਸ਼ੀਆਂ ਦੀ ਝੜੀ ਲੱਗ ਗਈ ਹੈ। ਦੌੜੀ ਨੇ ਇੱਕ ਮੁੱਠ ਭਰ ਲਿੱਤੀ, ਇਸ ਵਿੱਚ ਕੀ ਆਇਆ। ਕਹਿੰਦਾ ਵੀ ਦੌੜ ਕੇ ਤੇ ਮੈਂ ਇਸ ਸੁੰਦਰਤਾ ਨੂੰ ਮੁੱਠ ਦੇ ਵਿੱਚ ਭਰਨ ਦੀ ਕੋਸ਼ਿਸ਼ ਕੀਤੀ, ਮੁੱਠੀ ਭਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਵਿੱਚ ਕੀ ਕੁਝ ਹੱਥ ਦੇ ਵਿੱਚ ਆਇਆ, ਇਸ ਬਾਰੇ ਕਵੀ ਨੇ ਲਿਖਿਆ ਹੈ। ਪਰਬਤ, ਟਿੱਬੇ, ਕਰੇਵਾ ਹੁੰਦਾ ਹੈ ਉੱਚੀਆਂ ਪਹਾੜੀਆਂ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਕੁਝ ਕੁ ਥਾਂ ਜਿਹੜੀ ਪੱਧਰੀ ਪਾਈ ਜਾਂਦੀ ਹੈ ਉਸ ਨੂੰ ਕਰੇਵਾ ਆਖਿਆ ਜਾਂਦਾ ਹੈ। ਉਹ ਹੱਥ ਆਇਆ। ਵਿੱਚ ਮੈਦਾਨ ਸੁਹਾਇਆ, ਇਸ ਮੈਦਾਨ ਦੇ ਵਿੱਚ ਸਾਨੂੰ ਸਭ ਕੁਝ ਚੰਗਾ ਲੱਗਿਆ। ਚਸ਼ਮੇ, ਨਾਲੇ, ਨਦੀਆਂ, ਝੀਲਾਂ, ਇਹ ਸਾਰੇ ਦੇ ਸਾਰੇ ਨਿੱਕੇ ਨਿੱਕੇ ਸਮੁੰਦਰਾਂ ਦੇ ਵਾਂਗ ਜਾਪੇ। ਠੰਡੀਆਂ ਠੰਡੀਆਂ ਛਾਵਾਂ, ਹਵਾਵਾਂ ਬੜੀਆਂ ਮਿੱਠੀਆਂ ਤੇ ਬਾਗ ਬੜੇ ਸੁੰਦਰ, ਪਹਾੜ ਬਰਫਾਂ ਦੇ ਨਾਲ ਲੱਦੇ ਹੋਏ, ਮੀਂਹ ਤੇ ਧੁੱਪਾਂ ਤੇ ਬੱਦਲ, ਰੁੱਤਾਂ, ਮੇਵੇ ਪਿਆਰੇ। ਵੀ ਹਰ ਰੁੱਤ ਦੇ ਵਿੱਚ ਉੱਥੇ ਮੇਵੇ ਜਿਹੜੇ ਬੜੇ ਫਲ ਫਰੂਟ ਬੜੇ ਪਿਆਰੇ ਜਿਹੜੇ ਉਸ ਨੂੰ ਨਜ਼ਰ ਆਏ। ਵੀ ਕਵੀ ਕਹਿੰਦਾ ਵੀ ਸਭ ਕੁਝ ਮੈਂ ਇੱਕ ਮੁੱਠੀ ਚੱਕੀ, ਇੱਕ ਮੁੱਠੀ ਭਰੀ ਤੇ ਮੁੱਠੀ ਦੇ ਵਿੱਚ ਮੈਨੂੰ ਇੰਨੀ ਸੁੰਦਰਤਾ ਜਿਹੜੀ ਹੈ ਮੇਰੇ ਹੱਥ ਦੇ ਵਿੱਚ ਆ ਗਈ। ਅਰਸ਼ੀ ਨਾਲ ਨਜ਼ਾਰੇ ਆਏ, ਇਸ ਮੁੱਠੀ ਦੇ ਵਿੱਚ ਅਸਮਾਨ ਦੇ ਨਜ਼ਾਰੇ ਆ ਗਏ। ਇਸ ਮੁੱਠੀ ਦੇ ਵਿੱਚ ਅਸਮਾਨ ਦੇ ਨਜ਼ਾਰੇ ਆ ਗਏ। ਉਸ ਮੁੱਠੀ ਦੇ ਵਿੱਚ ਸਾਰੇ ਸੋਹਣੀ ਨੇ ਅਸਮਾਨ ਖੜੋ ਕੇ ਧਰਤੀ ਵੱਲ ਤਕਾ ਕੇ ਤੇ ਸੋਹਣੇ ਅਸਮਾਨ ਨੇ ਥੱਲੇ ਧਰਤੀ ਵੱਲ ਤੱਕਿਆ ਤੇ ਧਰਤੀ ਦੇ ਵੱਲ ਜਿਹੜਾ ਹੈ ਸਾਰੇ ਕਸ਼ਮੀਰ ਦੀ ਸੁੰਦਰਤਾ ਜਿਹੜੀ ਹੈ ਅਸਮਾਨ ਦੇ ਵਿੱਚੋਂ ਅਲੌਕਿਕ ਜਿਹੜਾ ਦ੍ਰਿਸ਼ ਪੇਸ਼ ਕਰਦੀ ਨਜ਼ਰ ਆਈ। ਉਸ ਮੁੱਠੀ ਵਿੱਚ ਸਾਰੇ ਸੋਹਣੀ ਨੇ ਅਸਮਾਨ ਖੜੋ ਕੇ ਧਰਤੀ ਵੱਲ ਤਕਾ ਕੇ ਧਰਤੀ ਵੱਲ ਤੱਕਿਆ। ਇਹ ਮੁੱਠੀ ਖੋਲੀ ਤੇ ਸੁੱਟਿਆ। ਜਦੋਂ ਮੈਂ ਇੰਨੇ ਸੁੰਦਰ ਨਜ਼ਾਰਿਆਂ ਨੂੰ ਇਸ ਮੁੱਠੀ ਦੇ ਵਿੱਚੋਂ ਖੋਲ ਕੇ ਤੇ ਥੱਲੇ ਨੂੰ ਸੁੱਟਿਆ, ਸਭ ਕੁਝ ਹੇਠ ਤਕਾ ਕੇ ਧਰਤੀ ਵੱਲ ਨੂੰ ਤੱਕਿਆ,
ਜਿਵੇਂ ਥਾਵੇਂ ਧਰਤੀ ਤੇ ਜਾ ਕੇ ਇਹ ਮੁੱਠੀ ਡਿੱਗੀ ਸਾਰੀ। ਤੇ ਇਸ ਤਰ੍ਹਾਂ ਜਾਪਦਾ ਹੈ ਕਿ ਜਦੋਂ ਮੈਂ ਮੁੱਠੀ ਖੁੱਲੀ ਤੇ ਧਰਤੀ ਦੇ ਉੱਤੇ ਜਾ ਕੇ ਤੇ ਸਾਰੀ ਇਹ ਮੁੱਠੀ ਖੁੱਲ ਗਈ, ਉਸ ਥਾਂ ਕਸ਼ਮੀਰ ਬਣ ਗਿਆ। ਕਿ ਇੰਨੇ ਸੁੰਦਰ ਨਜ਼ਾਰਿਆਂ ਨੂੰ ਮੈਂ ਪ੍ਰਕਿਰਤੀ ਦੇ ਵਿੱਚੋਂ ਮੁੱਠੀ ਭਰ ਕੇ ਥੱਲੇ ਸੁੱਟਿਆ, ਤੇ ਜਿੱਥੇ ਮੁੱਠੀ ਦੇ ਵਿੱਚ ਇੰਨੀਆਂ ਚੀਜ਼ਾਂ ਪਈਆਂ ਉਸ ਦਾ ਜਿਹੜਾ ਹੈ ਨਾਂ, ਉੱਥੇ ਉਹ ਕਸ਼ਮੀਰ ਪੈਦਾ ਹੋ ਗਿਆ, ਕਸ਼ਮੀਰ ਬਣ ਗਿਆ। ਟੁਕੜੀ ਜਗ ਤੋਂ ਨਿਆਰੀ ਹੈ ਧਰਤੀ ਪਰ ਛੋ ਅਸਮਾਨੀ। ਕਿ ਇਹ ਧਰਤੀ ਦੇ ਉੱਤੇ ਵੱਖਰੀ ਤਰ੍ਹਾਂ ਦੀ ਟੁਕੜੀ ਬਣ ਗਈ ਹੈ, ਤੇ ਧਰਤੀ ਪਰ ਛੋ ਅਸਮਾਨੀ, ਧਰਤੀ ਨੂੰ ਜਿਹੜਾ ਹੈ ਅਸਮਾਨ ਦੀ ਛੋਹ ਪ੍ਰਾਪਤ ਹੈ। ਸੁੰਦਰਤਾ ਵਿੱਚ ਲਿਸ਼ਕੇ, ਇਸ ਸੁੰਦਰਤਾ ਦੇ ਵਿੱਚ ਜਿਹੜਾ ਹੈ ਲਿਸ਼ਕੇ ਧਰਤੀ ਦੇ ਰਸ ਸਵਾਦ ਨਜ਼ਾਰੇ, ਧਰਤੀ ਦੇ ਜਿੰਨੇ ਰਸ ਨੇ, ਸਵਾਦ ਨੇ, ਨਜ਼ਾਰੇ ਨੇ, ਇਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਧਰਤੀ ਦੇ ਉੱਤੇ ਲਿਸ਼ਕੇ ਪੁਸ਼ਕੇ ਜਾਪਦੇ ਨੇ, ਜਿਹੜੇ ਕਿ ਅਸਮਾਨ ਦੇ ਵਿੱਚੋਂ ਕਵੀ ਨੇ ਮੁੱਠੀ ਭਰੀ ਸੀ, ਇਹ ਮੁੱਠੀ ਭਰ ਕੇ ਥੱਲੇ ਨੂੰ ਸੁੱਟੀ। ਤੇ ਇਹ ਜਿਹੜਾ ਹੈ ਇੱਕ ਅਜੀਬ ਤਰ੍ਹਾਂ ਦਾ ਨਜ਼ਾਰਾ, ਅਲੌਕਿਕ ਨਜ਼ਾਰਾ ਜਿਹੜਾ ਹੈ ਧਰਤੀ ਦੇ ਉੱਤੇ ਬਣ ਗਿਆ। ਉਹ ਕੀ ਬਣ ਗਿਆ ਕਿ ਕਸ਼ਮੀਰ ਜਿਹੜਾ ਪੈਦਾ ਹੋ ਗਿਆ। ਤੇ ਰਮਜ ਅਰਸ਼ ਦੀ ਚਮਕੇ, ਤੇ ਇਸ ਦੇ ਵਿੱਚ ਜਿਹੜਾ ਹੈ ਅਰਸ਼ ਦੀ, ਅਸਮਾਨ ਦੀ ਜਿਹੜੀ ਹੈ ਇਸ ਕਸ਼ਮੀਰ ਦੇ ਵਿੱਚੋਂ ਰਮਜ ਨਜ਼ਰ ਆ ਰਹੀ ਹੈ, ਚਮਕ ਨਜ਼ਰ ਆ ਰਹੀ ਹੈ। ਕਹਿਣ ਦਾ ਭਾਵ ਇਹ ਹੈ ਕਿ ਇਸ ਕਵਿਤਾ ਵਿੱਚ ਭਾਈ ਵੀਰ ਸਿੰਘ ਜੀ ਨੇ ਪ੍ਰਕਿਰਤੀ ਦਾ ਬਹੁਤ ਸੁੰਦਰ ਨਜ਼ਾਰਾ ਜਿਹੜਾ ਹੈ ਉਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਕਵੀ ਇਸ ਦੇ ਵਿੱਚ ਇਸ ਨਜ਼ਾਰੇ ਨੂੰ ਪੇਸ਼ ਕਰਨ ਦੇ ਵਿੱਚ ਸਫਲ ਰਿਹਾ ਹੈ। ਇਸ ਕਵਿਤਾ ਦੇ ਵਿੱਚ ਕਵੀ ਨੇ ਇਸ ਤਰ੍ਹਾਂ ਜਾਪਦਾ ਹੈ ਵੀ ਉਸ ਦੀ ਕਲਪਨਾ ਸ਼ਕਤੀ ਜਿਹੜੀ ਹੈ ਬੜੀ ਪ੍ਰਬਲ ਨਜ਼ਰ ਆਉਂਦੀ ਹੈ। ਕਵੀ ਨੇ ਆਪਣੀ ਕਲਪਨਾ ਦੇ ਨਾਲ ਸੱਚਮੁੱਚ ਕਸ਼ਮੀਰ ਦੇ ਸਵਰਗ ਨੂੰ ਜਿਹੜਾ ਹੈ ਪੇਸ਼ ਕੀਤਾ ਹੈ। ਤੇ ਇਹ ਕਵਿਤਾ ਦਾ ਮਤਲਬ ਜਿਹੜਾ ਹੈ ਭਾਵ ਇਹੀ ਹੈ ਵੀ ਸਾਡੀ ਪ੍ਰਕਿਰਤੀ ਹਰ ਪਾਸੇ ਬਹੁਤ ਸੁੰਦਰ ਹੈ, ਤੇ ਇਸ ਸੁੰਦਰਤਾ ਦਾ ਆਨੰਦ ਮਾਣਨ ਵਾਲਾ ਮਨੁੱਖ ਚਾਹੀਦਾ ਹੈ। ਤੇ ਉਸ ਦੇ ਪਾਸ ਉਹ ਖੁਦ ਕਸ਼ਮੀਰ ਦੇ ਸੁੰਦਰ ਨਜ਼ਾਰੇ ਮਾਣਨ ਦੇ ਲਈ ਜਿਹੜਾ ਹੈ ਉਸ ਦੇ ਵਿੱਚ ਸੰਵੇਦਨਾ ਵੀ ਚਾਹੀਦੀ ਹੈ। ਤੇ ਮੈਂ ਜਿਹੜੀ ਹੈ ਸੱਚਮੁੱਚ ਹੀ ਇਹ ਕਵਿਤਾ ਜਿਹੜੀ ਪੜ੍ਹਦਿਆਂ ਆਪਣੇ ਆਪ ਨੂੰ ਜਿਹੜਾ ਹੈ ਇੰਨੀ ਕਲਪਨਾ ਦੇ ਵਿੱਚ ਲੈ ਗਿਆ ਹਾਂ ਕਿ ਮੈਂ ਆਪਣੇ ਆਪ ਨੂੰ ਕਸ਼ਮੀਰ ਦੇ ਵਿੱਚ ਜਿਹੜਾ ਇਹ ਸੁੰਦਰ ਨਜ਼ਾਰਿਆਂ ਦਾ ਆਨੰਦ ਪਾਉਂਦਾ ਜਿਹੜਾ ਹੈ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਹਾਂ। ਤੇ ਇਹ ਕਵਿਤਾ ਜਿਹੜੀ ਹੈ, ਇਸ ਕਵਿਤਾ ਦੇ ਵਿੱਚ ਜਿਹੜੇ ਪਾਠ ਦੇ ਅਭਿਆਸ ਨੇ ਉਹ ਨੇ ਵੀ ਪਹਿਲਾ ਹੈ ਛੋਟੇ ਛੋਟੇ ਪ੍ਰਸ਼ਨ ਨੇ। ਟੁਕੜੀ ਜਗ ਤੋਂ ਨਿਆਰੀ ਕਵਿਤਾ ਦੇ ਕਵੀ ਦਾ ਨਾਮ ਦੱਸੋ, ਤਾਂ ਅਸੀਂ ਬੜੀ ਸਹਿਜੇ ਦੱਸ ਸਕਦੇ ਹਾਂ ਕਿ ਇਸ ਕਵਿਤਾ ਦਾ ਜਿਹੜਾ ਕਵੀ ਹੈ ਉਹ ਭਾਈ ਵੀਰ ਸਿੰਘ ਜੀ ਹਨ। ਤੁਹਾਡੀ ਪਾਠ ਪੁਸਤਕ ਵਿੱਚ ਸ਼ਾਮਲ ਭਾਈ ਵੀਰ ਸਿੰਘ ਦੀ ਕਵਿਤਾ ਦਾ ਨਾਮ ਲਿਖੋ। ਕਵਿਤਾ ਦਾ ਨਾਮ ਸਪਸ਼ਟ ਹੈ ਕਿ ਭਾਈ ਵੀਰ ਸਿੰਘ ਜੀ ਦੀ ਕਵਿਤਾ ਦਾ ਜਿਹੜੀ ਜੋ ਸਾਡੇ ਸਿਲੇਬਸ ਦੇ ਵਿੱਚ ਹੈ ਉਸ ਦਾ ਨਾਮ ਹੈ ਟੁਕੜੀ ਜਗ ਤੋਂ ਨਿਆਰੀ। ਇਸ ਕਵਿਤਾ ਵਿੱਚ ਖੁਸ਼ੀਆਂ ਨੇ ਕਿਸ ਨੂੰ ਛੇਬਰ ਲਾਈ ਹੈ, ਧਰਤੀ ਨੂੰ, ਕਸ਼ਮੀਰ ਨੂੰ। ਹਾਂਜੀ, ਸਪਸ਼ਟ ਰੂਪ ਦੇ ਵਿੱਚ ਦੱਸਿਆ ਗਿਆ ਹੈ ਕਿ ਕਵੀ ਨੇ ਜਿਹੜਾ ਹੈ ਉਹ ਕਸ਼ਮੀਰ ਦੀ ਸੁੰਦਰਤਾ ਨੂੰ ਪੇਸ਼ ਕੀਤਾ ਹੈ। ਤੇ ਇਹ ਕਸ਼ਮੀਰ ਦੀ ਸੁੰਦਰਤਾ ਕਿਧਰੇ ਹੋਰ ਨਹੀਂ, ਇਹ ਧਰਤੀ ਤੇ ਹੈ। ਇਸ ਕਵਿਤਾ ਵਿੱਚ ਚਸ਼ਮੇ ਨਾਲ ਨਦੀਆਂ ਅਤੇ ਸਮੁੰਦਰ ਕਿਸ ਤਰ੍ਹਾਂ ਦਾ ਜਾਪ ਕਰ ਰਹੇ ਨੇ, ਪ੍ਰਕਿਰਤੀ ਦਾ ਜਾਪ ਕਰ ਰਹੇ ਨੇ। ਇਸ ਕਵਿਤਾ ਅਨੁਸਾਰ ਮੁੱਠੀ ਵਿੱਚ ਕੀ ਆਇਆ, ਮੁੱਠੀ ਵਿੱਚ ਉੱਪਰ ਦੱਸਿਆ ਜਾ ਚੁੱਕਾ ਹੈ ਕਿ ਮੁੱਠੀ ਜਦੋਂ ਕਵੀ ਨੇ ਭਰੀ ਤਾਂ ਇਸ ਦੇ ਵਿੱਚ ਉਸ ਨੂੰ ਪਰਬਤ, ਟਿੱਬੇ, ਕਰੇਵੇਂ, ਮੈਦਾਨ, ਚਸ਼ਮੇ, ਨਾਲੇ, ਨਦੀਆਂ, ਝੀਲਾਂ, ਨਿੱਕੇ ਨਿੱਕੇ ਸਮੁੰਦਰ, ਠੰਡੀਆਂ ਛਾਵਾਂ, ਮਿੱਠੀਆਂ ਛਾਵਾਂ, ਬਨ, ਬਾਗ, ਬਰਫਾਂ, ਮੀਂਹ, ਧੁੱਪਾਂ ਤੇ ਬੱਦਲ ਵਰਗੇ ਸੁੰਦਰ ਨਜ਼ਾਰੇ ਜਿਹੜੇ ਸੀ ਉਸ ਦੇ ਚੀਜ਼ਾਂ ਹੱਥ ਦੇ ਵਿੱਚ ਆਈਆਂ, ਉਸ ਦੀ ਮੁੱਠੀ ਦੇ ਵਿੱਚ ਆਈਆਂ। ਉਸ ਥਾਂ ਕਸ਼ਮੀਰ ਬਣ ਗਿਆ ਜਗ ਤੋਂ ਨਿਆਰੀ। ਇਸ ਸਤਰ ਨੂੰ ਪੂਰਾ ਕਰੋ। ਇਹ ਕਵਿਤਾ, ਇਸ ਸਤਰ ਨੂੰ ਮੈਂ ਉਮੀਦ ਕਰਦਾ ਵੀ ਤੁਸੀਂ ਆਪ ਜਿਹੜਾ ਹੈ ਪੂਰਾ ਕਰ ਲਓਗੇ। ਥੈਂਕ ਯੂ ਵੈਰੀ ਮੱਚ। ਤੇ ਇਹ ਮੈਂ ਪੋਸਟ ਕਰ ਰਿਹਾ ਤੁਹਾਡੇ ਜਿਹੜਾ ਗਰੁੱਪ ਦੇ ਵਿੱਚ। ਤੇ ਇਸ ਕਵਿਤਾ ਨੂੰ ਸਮਝੋ ਤੇ ਇਹਨਾਂ ਨੂੰ ਕਾਪੀਆਂ ਦੇ ਉੱਤੇ ਨੋਟ ਕਰੋ ਇਹਨੂੰ। ਤੇ ਥੈਂਕ ਯੂ ਵੈਰੀ ਮੱਚ।